ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 24 ਦੇਖਣ ਲੱਗੇ ਹਾਂ। ਅੱਜ ਅਸੀਂ ਕੀ ਕਰਾਂਗੇ? ਅੱਜ ਅਸੀਂ ਕਰਾਂਗੇ ਫਾਈਨਲ ਅਕਾਊਂਟਸ ਦੀ ਰਿਵੀਜ਼ਨ। ਠੀਕ ਹੈ, ਅੱਜ ਅਸੀਂ ਉਹਦੇ MCQs ਦੀ ਪ੍ਰੈਕਟਿਸ ਕਰਾਂਗੇ। ਠੀਕ ਹੈ, ਤੇ ਮੇਰੇ ਨਾਲ ਤੁਸੀਂ ਵੀ ਪ੍ਰੈਕਟਿਸ ਕਰਨੀ ਹੈ ਤੇ ਕੁਐਸਚਨ ਅਟੈਂਪਟ ਕਰਨਾ। ਠੀਕ ਹੈ, ਆਪਾਂ ਪ੍ਰੈਕਟਿਸ ਕਰਾਂਗੇ ਤੇ ਜਿਹੜੇ ਬੱਚਿਆਂ ਦੇ ਤੁਸੀਂ ਮੈਨੂੰ ਦੱਸਣਾ ਕਿੰਨੇ ਕੁਐਸਚਨ ਤੁਹਾਡੇ ਠੀਕ ਨੇ, ਕਮੈਂਟ ਕਰਿਓ। ਠੀਕ ਹੈ, ਕਮੈਂਟ ਸੈਕਸ਼ਨ 'ਚ ਕਰਨਾ ਹੈ। ਲਾਈਵ ਚੈਟ ਵਿੱਚ ਕੁਛ ਨਹੀਂ ਕਹਿਣਾ ਆਪਾਂ ਨੇ। ਲਾਈਵ 'ਚ ਤੁਸੀਂ ਆਨਸਰ ਦੇ ਸਕਦੇ ਹੋ, ਮਗਰ ਕਮੈਂਟ ਵਿੱਚ ਤੁਸੀਂ ਇਹ ਦੱਸਣਾ ਹੈ ਕਿ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ। ਠੀਕ ਹੈ ਫਰੈਂਡਸ, ਠੀਕ ਹੈ, ਇਸ ਨਾਲ ਮੈਨੂੰ ਐਨਾਲਾਈਜ਼ ਹੋ ਜਾਏਗਾ ਕਿ ਤੁਹਾਨੂੰ ਕਿੰਨਾ ਕੁ ਟੌਪਿਕ ਆਉਂਦਾ। ਠੀਕ ਹੈ, ਤਾਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentortest.com ਤੋਂ ਜਾ ਕੇ ਖਰੀਦ ਸਕਦੇ ਹਨ। ਠੀਕ ਹੈ, ਅੱਜ ਅਸੀਂ ਵਿਜ਼ਨ ਕਰਾਂਗੇ ਫਾਈਨਲ ਅਕਾਊਂਟ ਦੀ। ਪਹਿਲਾ ਕੁਐਸਚਨ ਦੇਖਦੇ ਹਾਂ। ਫਰੋਮ ਦੀ ਫੋਲੋਇੰਗ ਡਿਟੇਲਸ ਐਸਟੀਮੇਟ ਕਰੋ ਕੈਪੀਟਲ ਪਤਾ ਕਰਨੀ ਆਪਾਂ ਨੇ। ਠੀਕ ਹੈ, ਆਪਣਾ ਕੁਐਸਚਨ ਕੀ ਹੈ? ਕੈਪੀਟਲ ਪਤਾ ਕਰਨ ਦਾ। ਠੀਕ ਹੈ, ਕੈਪੀਟਲ ਕਿੰਨੀ ਹੈ? ਕੈਪੀਟਲ 1/4 ਉਹਨਾਂ ਨੇ ਕਦੋਂ ਪੁੱਛਿਆ? 31/3/2013, ਯਾਨੀ ਕਿ ਫਾਈਨੈਂਸ਼ੀਅਲ ਈਅਰ ਦੇ ਐਂਡ ਵਿੱਚ। ਠੀਕ ਹੈ, ਯਾਨੀ ਕਿ ਫਾਈਨੈਂਸ਼ੀਅਲ ਈਅਰ ਕੀ ਹੁੰਦਾ ਹੈ? 1/4/2012 ਤੋਂ, ਜੇ ਉਰੇ ਮੰਨ ਕੇ ਚੱਲੀਏ ਆਪਾਂ 31/3/2013। ਠੀਕ ਹੈ, ਇਹ ਹੋ ਗਿਆ 1 ਸਾਲ ਫਾਈਨੈਂਸ਼ੀਅਲ ਈਅਰ, ਅਕਾਊਂਟਿੰਗ ਫਾਈਨੈਂਸ਼ੀਅਲ ਈਅਰ। ਠੀਕ ਹੈ, ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਕੈਪੀਟਲ ਹੈ 1/4/2012 ਨੂੰ ਕਿੰਨੀ ਸੀ? 2,05,000। ਠੀਕ ਹੈ, ਡਰਾਇੰਗਸ ਕੀ ਸੀ? 20,000, ਅਤੇ ਪ੍ਰੋਫਿਟ ਕਿੰਨਾ ਹੋਇਆ ਸੀ? 25,000। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਸਾਲ ਦੇ ਐਂਡ 'ਚ ਮੇਰੀ ਕੈਪੀਟਲ ਕਿੰਨੀ ਹੋਏਗੀ ਇਹ ਪਤਾ ਕਰੋ। ਦੱਸੋ ਇਹਦਾ ਕੀ ਆਨਸਰ ਹੋਏਗਾ? ਪਹਿਲਾ ਆਪਸ਼ਨ ਹੈ 2,05,000, 2,25,000, 2,10,000 ਜਾਂ 2 ਲੱਖ ਆਏਗਾ। ਉਰੇ ਜ਼ੀਰੋ ਹੋ ਰਿਹਾ, ਮਿਸਟੇਕ ਹੈ, 2 ਲੱਖ ਆਏਗਾ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਉਰੇ 5 ਸੈਕਿੰਡ ਤੁਹਾਡੇ ਕੋਲ। ਪ੍ਰੈਕਟਿਸ ਕਰ ਰਹੇ ਹਾਂ ਅੱਜ। ਅੱਛਾ, ਜੇ ਗਲਤ ਵੀ ਹੈ ਤਾਂ ਵੀ ਕੋਈ ਚੱਕਰ ਨਹੀਂ, ਆਪਾਂ ਨੇ ਸਮਝਣਾ ਹੈ। ਠੀਕ ਹੈ, ਕੋਈ ਵੀ ਗਲਤੀ ਕਰੋਗੇ ਉਰੇ ਹੀ ਕਰ ਲਓ ਤਾਂ ਕਿ ਪੇਪਰ 'ਚ ਨਾ ਗਲਤੀ ਹੋਵੇ। ਠੀਕ ਹੈ, ਐਗਜ਼ਾਮ 'ਚ ਗਲਤੀ ਨਹੀਂ ਹੋਣੀ ਚਾਹੀਦੀ। ਤੁਸੀਂ ਮੈਨੂੰ ਦੱਸੋ ਇਹਦਾ ਕੀ ਆਨਸਰ ਹੋਏਗਾ? 5 ਸੈਕਿੰਡ ਨਾ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਸੀ ਆਪਸ਼ਨ। ਦੱਸੋ ਕਿਵੇਂ ਆਏਗਾ? ਹੁਣ ਕੈਪੀਟਲ ਕਿੰਨੀ ਸੀ ਸ਼ੁਰੂਆਤ ਵਿੱਚ? 2,05,000। ਠੀਕ ਹੈ, ਪ੍ਰੋਫਿਟ ਕਿੰਨਾ ਹੋਇਆ? ਤੁਹਾਨੂੰ ਮੈਂ ਦੱਸਿਆ ਸੀ ਜਿੰਨਾ ਪ੍ਰੋਫਿਟ ਹੁੰਦਾ ਉਹ ਕੈਪੀਟਲ ਵਿੱਚ ਐਡ ਹੋ ਜਾਂਦਾ, ਉਹਦੀ ਪੂੰਜੀ ਵਿੱਚ ਐਡ ਹੋ ਜਾਂਦਾ। ਜਦੋਂ ਆਪਾਂ ਬੈਲੈਂਸ ਸ਼ੀਟ ਦੇਖਦੇ ਹਾਂ, ਬੈਲੈਂਸ ਸ਼ੀਟ ਦੇ ਲਾਇਬਿਲਿਟੀ ਸਾਈਡ ਜਿਹੜੀ ਕੈਪੀਟਲ ਪਈ ਹੁੰਦੀ ਹੈ ਉਹ 'ਚ ਆਪਾਂ ਪ੍ਰੋਫਿਟ ਐਡ ਕਰਦੇ ਹਾਂ ਨਾ, ਤਾਂ ਉਰੇ ਵੀ ਸੇਮ ਹੈ ਕਿ ਪ੍ਰੋਫਿਟ ਹਮੇਸ਼ਾ ਕੈਪੀਟਲ ਵਿੱਚ ਐਡ ਹੁੰਦਾ ਹੈ, ਕਿਉਂਕਿ ਪ੍ਰੋਫਿਟ ਜਿਹੜਾ ਕਮਾਇਆ ਉਹਨੇ ਜਿਹੜੀ ਪੂੰਜੀ ਲਾਈ ਉਸ ਦੇ ਵਿੱਚ ਹਮੇਸ਼ਾ ਐਡ ਹੁੰਦਾ ਪ੍ਰੋਫਿਟ। ਅਤੇ ਉਰੇ ਐਡ ਕਰ ਦਾਂਗੇ 25,000। ਠੀਕ ਹੈ, ਇਹ ਕਿੰਨਾ ਬਣ ਗਿਆ? ਕੈਪੀਟਲ ਕਿੰਨੀ ਹੋ ਗਈ? 2,30,000। ਠੀਕ ਹੈ, 2,30,000 ਹੋ ਗਈ ਕੈਪੀਟਲ। ਠੀਕ ਹੈ ਨਾ, ਜਿਹੜੀ ਆਪਣੀ ਆ ਸੀ 2,05,000 ਅਤੇ 2,25,000, ਇਹਨਾਂ ਦੋਨਾਂ ਨੂੰ ਪਲੱਸ ਕੀਤਾ, ਕਿੰਨਾ ਆਇਆ? 2,30,000। ਠੀਕ ਹੈ, ਇਸ 'ਚੋਂ ਆਪਾਂ ਕੀ ਮਾਈਨਸ ਕਰਾਂਗੇ? ਡਰਾਇੰਗਸ ਕਿਉਂ ਮਾਈਨਸ ਕਰ ਰਹੇ ਹਾਂ? ਇਹ ਆਪਾਂ ਬਿਜ਼ਨਸ ਐਂਟੀਟੀ ਕੰਸੈਪਟ ਸੁਣਿਆ ਸੀ, ਜਿਹੜੇ ਪਰਸਨਲ ਐਕਸਪੈਂਸਿਸ ਹੈ ਉਹ ਤਾਂ ਬਿਜ਼ਨਸ ਨੂੰ ਪੇ ਕਰਨੇ ਹੀ ਪੈਣਗੇ। ਤਾਂ ਇਸ ਮਤਲਬ ਜਿਹੜੇ ਉਹ ਪਰਸਨਲ ਖਰਚਾ ਕਰ ਗਿਆ ਬਿਜ਼ਨਸ ਵਿੱਚੋਂ ਉਹਨੂੰ ਮਾਈਨਸ ਕਰਨਾ ਪਏਗਾ 20,000 ਨੂੰ। ਤਾਂ ਕਿੰਨਾ ਬਚਿਆ? 2,10,000। ਠੀਕ ਹੈ ਫਰੈਂਡਸ, ਤਾਂ ਉਰੇ ਕਿਹੜਾ ਆਪਸ਼ਨ ਆ ਜਾਏਗਾ? ਸੀ ਆਪਸ਼ਨ। ਠੀਕ ਹੈ, ਆਪਾਂ ਇਵੇਂ ਕੱਢਣਾ ਜੇ ਬਾਈ ਚਾਂਸ ਕੈਪੀਟਲ ਕੱਢਣੀ ਹੋਵੇ। ਕੈਪੀਟਲ ਕਿੱਥੇ ਪੈਂਦੀ ਹੈ? ਬੈਲੈਂਸ ਸ਼ੀਟ ਦੇ ਲਾਇਬਿਲਿਟੀ ਸਾਈਡ ਪੈਂਦੀ ਹੈ। ਠੀਕ ਹੈ, ਸਾਡੀ ਇੱਕ ਲਾਇਬਿਲਿਟੀ ਹੈ ਓਨਰ ਦੀ। ਠੀਕ ਹੈ, ਇਸ 'ਚੋਂ ਤੁਸੀਂ ਕਰੈਕਟ ਸਟੇਟਮੈਂਟ ਦੱਸਣੀ ਹੈ। ਪਹਿਲਾ ਆਪਸ਼ਨ ਹੈ ਪੈਟੀ ਕੈਸ਼ ਇਜ਼ ਐਕਸਪੈਂਸ, ਬੈਲੈਂਸ ਸ਼ੀਟ ਇਜ਼ ਆਲਸੋ ਨੋਨ ਹੈਜ਼ ਅ ਪੋਜੀਸ਼ਨਲ ਸਟੇਟਮੈਂਟ, ਰੈਵੋਲੂਸ਼ਨ ਅਕਾਊਂਟ ਇਜ਼ ਅ ਰੀਅਲ ਅਕਾਊਂਟ, ਡੈਪਰੇਸ਼ਨ ਇਜ਼ ਅ ਪ੍ਰੋਸੈਸ ਆਫ ਵੈਲਿਊਏਸ਼ਨ। ਦੱਸੋ ਇਸ 'ਚੋਂ ਕਿਹੜਾ ਆਪਸ਼ਨ ਠੀਕ ਹੋਏਗਾ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਬੈਲੈਂਸ ਸ਼ੀਟ ਇਜ਼ ਆਲਸੋ ਨੋਨ ਹੈਜ਼ ਅ ਪੋਜੀਸ਼ਨਲ ਸਟੇਟਮੈਂਟ। ਇੱਕ ਤਰ੍ਹਾਂ ਦੀ ਪੋਜੀਸ਼ਨ ਦੱਸਦੀ ਹੈ ਬੈਲੈਂਸ ਸ਼ੀਟ। ਠੀਕ ਹੈ ਨਾ, ਕਿ ਤੁਹਾਡੀ ਕੈਪੀਟਲ ਕਿੰਨੀ ਵੱਧੀ। ਠੀਕ ਹੈ, ਜੇ ਕੈਪੀਟਲ ਕਿਵੇਂ ਵੱਧਦੀ ਹੁੰਦੀ ਹੈ? ਜੇ ਤੁਹਾਡਾ ਪ੍ਰੋਫਿਟ ਵੱਧ ਜੇ। ਠੀਕ ਹੈ, ਪ੍ਰੋਫਿਟ ਵੱਧ ਗਿਆ ਤਾਂ ਕੈਪੀਟਲ ਆਪੇ ਆਪ ਵੱਧ ਗਈ। ਠੀਕ ਹੈ,
ਤੇ ਤੁਹਾਡੀਆਂ ਲਾਇਬਿਲਟੀਆਂ ਦੱਸਦੀ ਹੈ। ਜੇ ਲਾਇਬਿਲਟੀਆਂ ਸਹੀ ਤਰ੍ਹਾਂ ਨਾਲ ਤੁਸੀਂ ਪੇ ਕਰ ਰਹੇ ਹੋ ਤਾਂ ਤੁਹਾਡੀ ਪੋਜੀਸ਼ਨ ਪਤਾ ਲੱਗ ਜਾਂਦੀ, ਹਾਂ ਭਾਈ ਇਸ ਦਾ ਬਿਜ਼ਨਸ ਅੱਛਾ ਹੈ। ਕੋਈ ਵੀ ਪੋਜੀਸ਼ਨ ਹੋਵੇ, ਪੋਜੀਸ਼ਨ ਦਾ ਮਤਲਬ ਇਹ ਨਹੀਂ ਕੋਈ ਪੋਜ਼ੀਟਿਵ ਐਸਪੈਕਟ ਨਾਲ ਹੀ ਗੱਲ ਕਰ ਰਹੇ ਹਾਂ, ਨੈਗੇਟਿਵ ਐਸਪੈਕਟ ਨਾਲ ਵੀ ਗੱਲ ਕਰ ਸਕਦੇ ਹਾਂ। ਪੋਜੀਸ਼ਨ ਮਤਲਬ ਇੱਕ ਪੋਜੀਸ਼ਨ ਬਿਜ਼ਨਸ ਦੀ, ਠੀਕ ਹੈ। ਤਾਂ ਉਹਦਾ ਕਿਹੜਾ ਆਪਸ਼ਨ ਆ ਜਾਏਗਾ? ਬੀ। ਅਗਲਾ ਕੁਐਸਚਨ ਹੈ ਦਾ ਟਰਮ ਫਾਈਨੈਂਸ਼ੀਅਲ ਸਟੇਟਮੈਂਟ ਕਵਰਸ। ਫਾਈਨੈਂਸ਼ੀਅਲ ਸਟੇਟਮੈਂਟ ਕੀ ਕਵਰ ਕਰਦਾ ਹੈ? ਜੇ ਤੁਹਾਨੂੰ ਪਿੱਛੇ ਫਾਈਨੈਂਸ਼ੀਅਲ ਸਟੇਟਮੈਂਟ ਕਰਾਇਆ ਸੀ, ਕੀ ਕਵਰ ਕਰਦਾ ਹੈ? ਪੀਐਲ ਅਕਾਊਂਟ ਕਰਦਾ ਹੈ। ਤੁਸੀਂ ਇੰਨਾ ਧਿਆਨ ਰੱਖਿਓ ਕਿ ਜਿਹੜੇ ਉਹਦੇ ਆਪਸ਼ਨ ਦਿੱਤੇ ਉਸ ਵਿੱਚ ਸਭ ਤੋਂ ਬੈਸਟ ਆਪਸ਼ਨ ਕਿਹੜਾ ਹੈ, ਮੈਂ ਤੁਸੀਂ ਉਹਦੇ ਧਿਆਨ ਰੱਖਿਓ। ਇਹ ਵੀ ਹਿੰਟ ਦਿੱਤਾ ਤੁਹਾਨੂੰ ਮੈਂ। ਬੈਲੈਂਸ ਸ਼ੀਟ ਐਂਡ ਪੀਐਲ ਸਟੇਟਮੈਂਟ ਐਪਰੋਪ੍ਰੀਏਸ਼ਨ ਅਕਾਊਂਟ ਹੈ, ਜਾਂ ਪੀਐਲ ਐਂਡ ਬੈਲੈਂਸ ਸ਼ੀਟ ਹੈ, ਜਾਂ ਆਲ ਆਫ ਦੀ ਅਬਵ ਆਰ ਫਾਲਸ ਹੈ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਹ 'ਚੋਂ? ਫਾਈਨੈਂਸ਼ੀਅਲ ਸਟੇਟਮੈਂਟ ਕੀ ਕਵਰ ਕਰਦਾ? ਜਿਹੜੀ ਐਂਡ 'ਚ ਆਪਾਂ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਂਦੇ ਹਾਂ, ਜਿਹੜਾ ਤੁਹਾਨੂੰ ਪਿਛਲੇ ਲੈਕਚਰ 'ਚ ਕਰਾਇਆ ਸੀ, ਉਹ ਕੀ ਕਵਰ ਕਰਦਾ? ਇਹਨਾਂ ਆਪਸ਼ਨਾਂ ਦੇ ਹਿਸਾਬ ਸਿਰ ਉਹ ਕੀ ਕਵਰ ਕਰਦਾ ਹੋਏਗਾ? ਇਹਦਾ ਆਨਸਰ ਆਏਗਾ ਸੀ। ਪੀਐਨਐਨ ਅਕਾਊਂਟ ਬਣਾਉਂਦੇ ਆ ਅਤੇ ਬੈਲੈਂਸ ਸ਼ੀਟ ਬਣਾਉਂਦੇ ਆ। ਮੈਂ ਤੁਹਾਨੂੰ ਕਿਹਾ ਸੀ ਆਪਸ਼ਨ ਦੇ ਹਿਸਾਬ ਸੀ, ਜੇ ਉਹਦਾ ਟ੍ਰੇਡਿੰਗ ਅਕਾਊਂਟ ਵੀ ਦਿੱਤਾ ਹੁੰਦਾ ਨਾ, ਉਹ ਵੀ ਨਾਲ ਠੀਕ ਹੋ ਜਾਂਦਾ। ਫਿਲਹਾਲ ਕੀ ਦਿੱਤਾ ਹੋਇਆ ਸੀ? ਇਕੱਲਾ ਪੀਐਲਐਨ ਅਕਾਊਂਟ ਅਤੇ ਬੈਲੈਂਸ ਸ਼ੀਟ, ਠੀਕ ਹੈ। ਇਹ ਕੀ ਹੈ? ਫਾਈਨੈਂਸ਼ੀਅਲ ਸਟੇਟਮੈਂਟ ਹੈ, ਠੀਕ ਹੈ। ਇਕੱਲਾ ਪੀਐਲਐਨ ਅਕਾਊਂਟ ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਕਵਰ ਕਰ ਸਕਦਾ, ਕਿਉਂਕਿ ਬੈਲੈਂਸ ਸ਼ੀਟ ਤੋਂ ਬਿਨਾਂ ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਕਹਾਈ ਜਾਏਗੀ, ਠੀਕ ਹੈ। ਜੇ ਇਕੱਲਾ ਬੈਲੈਂਸ ਸ਼ੀਟ ਅਤੇ ਪੀਐਲਐਨ ਐਪਰੋਵੇਸ਼ਨ ਕੀ ਹੁੰਦਾ? ਜਿਹੜੇ ਪਾਰਟਨਰ ਹੁੰਦੇ ਆ ਨਾ, ਉਹ ਆਪਸ 'ਚ ਪੈਸਾ ਵੰਡਦੇ ਆ, ਤਾਂ ਉਹਦਾ ਪ੍ਰੋਫਿਟ ਵੰਡਿਆ ਜਾਂਦਾ ਹੈ, ਠੀਕ ਹੈ। ਤਾਂ ਉਹ ਅਕਾਊਂਟ ਵੀ ਬਣਦਾ ਹੈ। ਮਗਰ ਸਭ ਤੋਂ ਬੈਸਟ ਆਪਸ਼ਨ ਕੀ ਹੁੰਦੀ ਹੈ ਕਿ ਜਿਹੜਾ ਆਪਣਾ ਜ਼ਿਆਦਾਤਰ ਯੂਨੀਵਰਸਲ ਜਿਹੜੇ ਲੋਕ ਬਣਾਉਂਦੇ ਹੀ ਬਣਾਉਂਦੇ ਆ, ਪੀਐਲਐਨ ਅਕਾਊਂਟ ਬਣਾਉਂਦੇ ਆ, ਬੈਲੈਂਸ ਸ਼ੀਟ ਬਣਾਉਂਦੇ ਆ, ਇੱਕ ਤਾਂ ਟ੍ਰੇਡਿੰਗ ਅਕਾਊਂਟ ਬਣਦਾ, ਠੀਕ ਹੈ। ਟ੍ਰੇਡਿੰਗ ਅਤੇ ਪੀਐਲਐਨ ਅਕਾਊਂਟ ਨੂੰ ਇਕੱਠਾ ਹੀ ਕਹਿੰਦੇ ਆ। ਤਾਂ ਤੁਸੀਂ ਮੰਨ ਕੇ ਚਲੋ ਆਪਾਂ ਕਿਹੜਾ ਆਪਸ਼ਨ ਲਾਵਾਂਗੇ? ਪੀਐਲਐਨ ਅਕਾਊਂਟ ਅਤੇ ਬੈਲੈਂਸ ਸ਼ੀਟ, ਠੀਕ ਹੈ। ਦ ਟਰਮ ਕਰੰਟ ਐਸਟ ਡਜ਼ ਨੋਟ ਕਵਰ। ਕਰੰਟ ਐਸਟ ਜਿਹੜਾ ਕੀ ਨਹੀਂ ਕਵਰ ਕਰੇਗਾ? ਕਾਰ, ਡੈਟਰਸ, ਸਟਾਕ, ਪ੍ਰੀਪੇਡ ਐਕਸਪੈਂਸਿਸ। ਦੱਸੋ ਕੀ ਨਹੀਂ ਕਵਰ ਕਰਿਆ? ਕਰੰਟ ਐਸਟ ਦਾ ਮਤਲਬ ਕੀ ਹੋਇਆ? ਵਿਦ ਇਨ 1 ਈਅਰ, 1 ਈਅਰ ਨਾ ਵਿੱਚ ਉਹ ਐਕਸਚੇਂਜ ਹੋ ਜਾਵੇ, ਤਾਂ ਦੱਸੋ ਕੀ ਹੋਏਗਾ? ਕਿਹੜਾ ਆਪਸ਼ਨ ਨਹੀਂ, ਮਤਲਬ ਕਿਹੜਾ ਆਪਸ਼ਨ ਹੋਏਗਾ ਜਿਹੜਾ ਨਹੀਂ ਕਵਰ ਕਰਦਾ ਕਰੰਟ ਐਸਟ? ਇਹਦਾ ਆਨਸਰ ਆਏਗਾ ਏ। ਇਹ ਕੀ ਹੈ? ਜੇ ਬਿਜ਼ਨਸ ਲਈ ਯੂਜ਼ ਹੋ ਰਹੀ ਹੈ ਕਾਰ, ਤਾਂ ਕਾਰ ਕੀ ਹੋਈ? ਫਿਕਸ ਐਸਟ ਹੋਈ, ਕਿਉਂਕਿ ਲੌਂਗ ਟਰਮ ਲਈ ਯੂਜ਼ ਹੋ ਰਹੀ ਹੈ। ਐਸਟ ਹੈ ਮੇਰਾ, ਠੀਕ ਹੈ ਨਾ, ਫਿਕਸ ਐਸਟ ਹੈ। ਬਾਕੀ ਤਿੰਨ ਕੀ ਹੈ? ਡੈਟਰ, ਸਟਾਕ, ਪ੍ਰੀਪੇਡ ਐਕਸਪੈਂਸਿਸ। ਇਹ ਮੇਰੇ ਕਰੰਟ ਐਸਟ ਹੈ, ਠੀਕ ਹੈ। ਤਾਂ ਉਹਦਾ ਆਪਸ਼ਨ ਆ ਜਾਏਗਾ ਕਿਹੜਾ? ਏ। ਪੀਐਨ ਸਟੇਟਮੈਂਟ ਇਜ਼ ਆਲਸੋ ਨੋਨ ਹੈਜ਼। ਪੀਐਨ ਸਟੇਟਮੈਂਟ ਨੂੰ ਆਪਾਂ ਹੋਰ ਕੀ ਕਹਿ ਸਕਦੇ ਹਾਂ? ਆਪਾਂ ਸਟੇਟਮੈਂਟ, ਪਹਿਲਾ ਆਪਸ਼ਨ ਹੈ ਸਟੇਟਮੈਂਟ ਆਫ ਆਪਰੇਸ਼ਨ, ਸਟੇਟਮੈਂਟ ਆਫ ਇਨਕਮ, ਸਟੇਟਮੈਂਟ ਆਫ ਅਰਨਿੰਗ, ਆਲ ਆਫ ਦੀ ਅਬਵ। ਦੱਸੋ ਕਿਹੜਾ ਆਏਗਾ ਆਪਸ਼ਨ? ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹਦਾ ਆਪਸ਼ਨ ਹੋਏਗਾ ਆਲ ਆਫ ਦੀ ਅਬਵ। ਇਹਨੂੰ ਆਪਰੇਸ਼ਨ ਵੀ ਕਹਿ ਸਕਦੇ ਹਾਂ, ਇਨਕਮ ਵੀ ਕਹਿ ਸਕਦੇ ਹਾਂ, ਅਰਨਿੰਗ ਵੀ ਕਹਿ ਸਕਦੇ ਹਾਂ, ਠੀਕ ਹੈ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਅਬਾਊਟ ਫਾਈਨੈਂਸ਼ੀਅਲ ਸਟੇਟਮੈਂਟ। ਇਹਨਾਂ 'ਚੋਂ ਕਿਹੜੀ ਸਟੇਟਮੈਂਟ ਟਰੂ ਹੈ ਫਾਈਨੈਂਸ਼ੀਅਲ ਸਟੇਟਮੈਂਟ ਦੇ ਬਿਹਾਫ ਦਾ ਆਪਾਂ ਸੋਚੀਏ ਤਾਂ? ਪਹਿਲਾ ਆਪਸ਼ਨ ਕਹਿੰਦਾ ਕਿ ਇੱਕ ਸਮਰੀ ਆਫ ਅਕਾਊਂਟਸ ਹੈ। ਦੂਜਾ ਕਹਿੰਦਾ ਹੈ ਕਿ ਇਹ ਫੈਕਟਸ ਰਿਕਾਰਡ ਕਰਦਾ ਹੈ, ਰਿਕਾਰਡਡ ਫੈਕਟਸ ਰਿਕਾਰਡ ਕਰਦਾ। ਜਿਹੜੀ ਚੀਜ਼ 40,000 ਦੀ ਉਹ 40,000 ਦੀ ਰਿਕਾਰਡ ਕਰਦਾ ਹੈ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਜਿਹੜੀ ਮੇਰੀ ਇੰਨੀ ਵੈਲਿਊ ਸੀ ਉਹੀ ਵੈਲਿਊ ਰਿਕਾਰਡ ਕਰਦਾ ਹੈ, ਠੀਕ ਹੈ। ਤਾਂ ਉਹਦੇ ਕੈਨ ਵੀ ਸਟੇਟਡ ਹੈਜ਼ ਦ ਰਿਕਾਰਡਡ ਫੈਕਟਸ, ਜਿਹੜੇ ਰਿਕਾਰਡ ਹੈ ਮਤਲਬ ਕੋਈ ਹਿਸਟੋਰੀਕਲ ਵੈਲਿਊ ਹੈ। ਤੇ ਕੀ ਕਹਿ ਰਿਹਾ ਕਿ ਸਮਰੀ ਹੈ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਓਨਲੀ ਏ ਹੋਏਗਾ, ਬੀ ਹੋਏਗਾ, ਬੋਥ ਏ ਐਂਡ ਬੀ ਹੋਏਗਾ, ਜਾਂ ਨਨ ਆਫ ਦੀ ਅਬਵ ਹੋਏਗਾ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਪਸ਼ਨ ਆਏਗਾ ਸੀ। ਇਹ ਤਾਂ ਸਮਰੀ ਵੀ ਹੈ ਅਤੇ ਇੱਕ ਰਿਕਾਰਡਡ ਫੈਕਟਸ ਹੀ ਰਿਕਾਰਡ ਕਰਦਾ ਉਹ, ਠੀਕ ਹੈ ਨਾ। ਜੋ ਇੱਕ ਮਸ਼ੀਨਰੀ 40,000 ਦੀ ਹੈ, ਇੱਕ ਰਿਕਾਰਡ ਹੀ ਕਰਦਾ, ਇੱਕ ਵੈਲਿਊ ਰਿਕਾਰਡ ਹੋ ਜਾਂਦੀ ਹੈ, ਠੀਕ ਹੈ ਨਾ। ਜੋ 40,000 ਤੋਂ 40,000 ਦੀ ਰਿਕਾਰਡ ਕਰੇਗਾ, ਜੋ ਫੈਕਟ ਹੈ ਉਹੀ ਰਿਕਾਰਡ ਕਰੇਗਾ, ਹੈ ਨਾ। ਹੈਜ਼ ਅ ਰਿਕਾਰਡਡ ਫੈਕਟਸ, ਕੈਨ ਬੀ ਸਟੇਟਡ ਹੈਜ਼ ਅ ਰਿਕਾਰਡਡ ਫੈਕਟਸ।
तो समरी तो है ही है, जो मैं जनरल बनाया, जो मैं लैजर बनाया, ठीक है, जो मैं ट्रायल बैलेंस बनाया, ट्रैब इन्होंने तिना का समरी की है, फाइनल अकाउंट है। फाइनल अकाउंट की है, पी एल एन अकाउंट है, पी एल एन अकाउंट तो बैलेंस शीट है, ठीक है। सो सी ऑप्शन आ जाएगा। विच ऑफ द फॉलोइंग इज द स्टेटमेंट आर ट्रू? फाइनेंशियल स्टेटमेंट्स आर ओनली इंटीरियम रिपोर्ट, फाइनेंशियल स्टेटमेंट्स आर आल्सो नोन हैज एनुअल रिकॉर्ड्स, फाइनेंशियल स्टेटमेंट आर हिस्टोरिक कह सकते हैं आप। दसो किहड़ा ऑप्शन ठीक होएगा? बोथ ए एंड बी, ए एंड सी, बी एंड सी, या तीनों ठीक है? दसो किहड़ा ऑप्शन ठीक होएगा? ਇਹਦਾ ऑप्शन ठीक होएगा बी एंड सी, ठीक है ना। ਇਹ ਕੋਈ ਇੰਟੀਰੀਅਮ ਰਿਪੋर्ट नहीं रिकॉर्ड करता, साल ਦੇ ਵਿੱਚ नहीं रिकॉर्ड करता ਉਹ ਕਦੀ भी, ठीक है। ਇਹਨੂੰ ਇੰਟੀਰੀਅਮ ਰਿਪੋर्ट नहीं कहना, ਸਟੇਟਮੈਂਟਸ ਆਪ ਕੱਲੀਆਂ ਇੰਟੀਰੀਅਮ ਰਿਪੋर्ट नहीं ਹੁੰਦੀਆਂ। ਇਹ ਕੀ ਹੁੰਦੀਆਂ? ਐਨੂਅਲ ਰਿਕਾਰਡਸ ਹੁੰਦੀਆਂ ਸਾਲ ਦੇ ਪੂਰੇ, ਤੁਹਾਨੂੰ ਮੈਂ ਕਿਹਾ ਸੀ ਪੂਰੇ ਫਾਈਨੈਂਸ਼ੀਅਲ ਈਅਰ ਦੇ, ਠੀਕ ਹੈ। ਕੋਈ 1/4 ਤੋਂ 31/3 ਤੱਕ, ਠੀਕ ਹੈ ਨਾ। ਉਹ ਸਾਰੇ ਰਿਕਾਰਡਸ ਆਪਾਂ ਇੱਕ ਫਾਈਨੈਂਸ਼ੀਅਲ ਈਅਰ 'ਚ ਰਿਕਾਰਡ ਕਰਦੇ ਹਾਂ, ਐਨੂਅਲ ਕਰਦੇ ਹਾਂ। ਐਨੂਅਲ ਮਤਲਬ 1 ਸਾਲ, ठीक है। तो हिस्टोरिक मतलब एक हिस्टोरिकल वैल्यू ही लैने आप, ठीक है। हिस्टोरिकल वैल्यू लैने मशीनरी की, जो पहले वैल्यू सी वही रिकॉर्ड करनी है आपने, वही वैल्यू चलती आएगी। तो और किहड़ा ऑप्शन आ जाएगा? बी एंड सी। स्टेटमेंट्स प्रिपेयर टू नो द प्रॉफिट एंड और लॉस एंड फाइनेंशियल पोजीशन ऑफ द बिजनेस आर कॉल्ड। ऐसी स्टेटमेंट्स हैं जिस ਨਾਲ ਸਾਨੂੰ प्रॉफिट ਤੇ लॉस पता लगता है तो फाइनेंशियल पोजीशन पता लगती है, उन्होंने की कहाया जाता है? वो स्टेटमेंट्स की कहाइयाँ जाती हैं? दसो। फाइनेंशियल स्टेटमेंट कहाया जाएगा, बी आर एस कहाया जाएगा, ट्रायल बैलेंस कहाया जाएगा, या सारे ठीक हैं? दसो। इसका आंसर आएगा फाइनेंशियल स्टेटमेंट, ठीक है। इन फाइनेंशियल स्टेटमेंट कहाया जाएगा जिससे सानू पी एल एन अकाउंट पता लगता है, प्रॉफिट एंड लॉस पता लगता है, फाइनेंशियल पोजीशन पता लगती है, ठीक है फ्रेंड्स। तो वो ऑप्शन ए आ जाएगा। अकाउंट विच शो द ग्रोस प्रॉफिट और ग्रोस लॉस ऑफ द बिजनेस। दसो किहड़ा अकाउंट शो करता है, ग्रोस प्रॉफिट या ग्रोस लॉस? पहला ऑप्शन है पी एल एन अकाउंट, दूजा बैलेंस शीट, तीजा ट्रायल बैलेंस, चौथा ट्रेडिंग अकाउंट। किहड़ा ऑप्शन ठीक है इन्हां चों? 5 सैकंड तुहाडे कोल। ਇਹਦਾ ऑप्शन आ जाएगा ट्रेडिंग अकाउंट। ਤੁਹਾਨੂੰ ट्रेडिंग अकाउंट कराया सी, ट्रेडिंग अकाउंट 'ਚ ਕੀ ਆਉਂਦਾ? ਸਿੱਧਾ ਡਾਇਰੈਕਟ ਐਕਸਪੈਂਸਿਸ ਆਉਂਦੇ ਨੇ, परचेसिस आउंदे ने, ओपनिंग स्टॉक आउंदा है, सेल आउंदी है, क्लोजिंग स्टॉक आउंदा है, ठीक है। इन्हां दोनों नूं प्लस करके, इन्हां चों इन्हां सारिਆਂ ਨੂੰ माइनस करके ग्रोस प्रॉफिट आ जांदा है। जे ये चीज़ां ज़्यादा है तो सेल क्लोजिंग स्टॉक घट है, इन्हां चों इन्नू माइनस करके ग्रोस लॉस आ जांदा है। जे अपना प्रॉफिट आ रहा है तो उरे कैरी डाउन बैलेंस फिगर आ जांदा है, जे घट आ रहा है तो उरे बैलेंसिंग फिगर आ जांदा है, ठीक है ना। तो ग्रोस प्रॉफिट आ जांदा है तो ग्रोस लॉस आ जांदा है। बाद च नैट प्रॉफिट किवें बनदा है? जब आप इनडायरैक्ट एक्सपेंसिस माइनस करते हैं, ठीक है। अगला क्वेश्चन है ऑन डेबिट साइड ऑफ ट्रेडिंग अकाउंट वी रिकॉर्ड। डेबिट साइड ट्रेडिंग अकाउंट आप की रिकॉर्ड करते हैं? डायरैक्ट एक्सपेंस, इनडायरैक्ट एक्सपेंस, बोथ ऑफ दिस, नन ऑफ दिस। ऑप्शन के बिहाव तो सोचना आपने, दसो। ट्रेडिंग अकाउंट डेबिट साइड आप की रिकॉर्ड करते हैं? किहड़ा ऑप्शन ठीक होएगा इस चों? दसो। ये ठीक होएगा डायरैक्ट एक्सपेंसिस। तो मैं दस्सिया ही सी, ट्रेडिंग अकाउंट सिर्फ कल्ले डायरैक्ट एक्सपेंसिस आते हैं, कोई वेजिस हैं, कोई ऑक्ट्रॉय है, ठीक है, कोई सीधे खर्चे जोड़े पै रहे हैं उपर, ठीक है। परचेसिस करन ते उन्नू बनाण तक दे, जब तक वो सेलेबल वैल्यू नहीं बन जाती उदों तक तो जिन्ने भी विच खर्चे हैं वो सारे की हैं डायरैक्ट एक्सपेंसिस हैं, ठीक है। तो उरे की आ जाएगा डायरैक्ट एक्सपेंसिस। इनडायरैक्ट एक्सपेंसिस कित्थे आते हैं? पी एल एन अकाउंट आते हैं, ठीक है, डेबिट साइड आते हैं, ठीक है। अगला क्वेश्चन है क्लोजिंग स्टॉक कित्थे रिकॉर्ड करते हैं आप? पी एल एन अकाउंट करते हैं, ट्रेडिंग अकाउंट बैलेंस शीट करते हैं, बैलेंस शीट ओनली करते हैं, नन ऑफ दी दिस करते हैं। ध्यान नाल ऑब्जर्व करियो किहड़ा ऑप्शन ठीक होएगा इस चों। ਇਹਦਾ ਕੀ ਆਏਗਾ? ट्रेडिंग एंड बैलेंस शीट,
ट्रेडिंग तो बैलेंस शीट क्यों आया? ट्रेडिंग अकाउंट ਤੁਹਾਨੂੰ ਪਤਾ ਹੀ ਹੈ क्लोजिंग स्टॉक तो आना ही है, नहीं तो जे ना आवे तो माइनस किमें होएगा? ठीक है ना, जिवें कॉस्ट ऑफ गुड्स सोल्ड है ओपनिंग होंदा है, परचेसिस होंदा है, प्लस डायरैक्ट एक्सपेंसिस होंदे हैं, माइनस की होंदा है? क्लोजिंग स्टॉक ने तो माइनस होना ही होना है। ठीक है, तो ट्रेडिंग अकाउंट कित्थे पैंदा है? ट्रेडिंग अकाउंट कित्थे पैंदा? क्रेडिट साइड ते पैंदा क्लोजिंग स्टॉक हमेशा, इत्थे अमाउंट पैंदी है, सेल उपर पैंदी है, इत्थे पैंदी है, बाकी ओपनिंग उरे पैंदा है, परचेसिस उरे पैंदा है, डायरैक्ट एक्सपेंसिस उरे पैंदे ने। इन्हां दोनों ये दोनों की वैल्यू ज़्यादा होएगी, उरे टोटल कर देंगे तो यही टोटल उरे कर देंगे। ठीक है, फिर इन्हां चों इन्हां नूं माइनस करके बैलेंसिंग फिगर आ जाएगी, जिहड़ी वैल्यू आएगी। ठीक है, बैलेंसिंग फिगर उन्होंने की किया जाता है? ग्रोस प्रॉफिट। उरे आप क्लोजिंग स्टॉक की गल कर रहे हैं। ठीक है, क्लोजिंग स्टॉक की वैल्यू पाती एक पासे अपने क्रेडिट साइड से ट्रेडिंग अकाउंट से, दूजे पासे कित्थे पेगी? बैलेंस शीट 'च पेगी, क्योंकि एक तरह ना साडा करंट एसैट भी तो है। ठीक है ना, एसैट है तो एसैट कित्थे जांदे ने? पीएल अकाउंट 'ਚ जांदे नहीं है, पीएल अकाउंट विच नहीं जांदे ने। ठीक है, पीएल अकाउंट 'ਚ जांदे नहीं है, ਜਿਹੜੇ पीएल अकाउंट 'ਚ नहीं जांदे कित्थे जांदे हैं? बैलेंस शीट 'ਚ जांदे हैं। ਤੇ ਜਿਹੜੇ ਡੈਬਿਟ ਸਾਈਡ ਤੇ ਨਹੀਂ ਆਉਂਦੇ ਉਹ ਕਿੱਥੇ ਆਉਂਦੇ ਆ? ਐਸੈਟ ਸਾਈਡ ਆਉਂਦੇ ਨੇ। ਐਸੈਟ ਸਾਈਡ ਆਉਂਦੇ ਨੇ, ਤੁਹਾਨੂੰ ਦੱਸਿਆ ਸੀ। ਐਸੈਟ ਸਾਈਡ ਕਿੱਥੇ ਆ ਜਾਏਗਾ? ਕਰੰਟ ਐਸੈਟ ਦੇ ਵਿੱਚ ਆ ਜਾਏਗਾ। ਠੀਕ ਹੈ, ਕਲੋਜ਼ਿੰਗ ਸਟਾਕ। ਤਾਂ ਉਹ ਆਪਸ਼ਨ ਕਿਹੜਾ ਹੋ ਜਾਏਗਾ? ਬੀ। ਪੀਐਨ ਅਕਾਊਂਟ ਸ਼ੋਜ਼, ਪੀਐਨ ਅਕਾਊਂਟ ਕੀ ਸ਼ੋ ਕਰਦਾ ਤੁਹਾਡਾ? ਟੋਟਲ ਇੰਪਲੋਇਡ ਐਂਡ ਕੈਪੀਟਲ ਇੰਪਲੋਇਡ, ਪੀਐਨ ਥਰੂ ਦਾ ਸੇਲ ਆਫ ਐਸੈਟ, ਪ੍ਰੋਫਿਟ ਅਰਨ ਬਾਈ ਦਾ ਬਿਜ਼ਨਸ, ਨਨ ਆਫ ਦਿਸ। ਜੇ ਆਪਾਂ ਸਟੇਟਮੈਂਟ ਦੇ ਹਿਸਾਬ ਸਿਰ ਸੋਚੀਏ, होर तो बड़ा कुछ दस सकता है, मगर उस ऑप्शन च पूछ रहा है, उस हिसाब तो अपने सोचना है। दसो इसका आंसर आएगा सी, प्रॉफिट अर्न बाय द बिजनेस। प्रॉफिट अर्न जिहड़ा किता हुंदा है, तुहानूं नैट प्रॉफिट तुहानूं इत्थों ही पता लगता है इनडायरैक्ट एक्सपेंसिस माइनस करके। मैं तुहानूं की कहा सी, किहड़े ऑप्शन च जो बेस्ट ऑप्शन होएगी वही आपां ने लानी है। ठीक है, उरे जे इंटरनेट एक्सपेंसिस दिता होंदा, इंटरनेट एक्सपेंसिस ते पी प्रॉफिट दिता होंदा, फिर दोनों हो जाते। ठीक है, मगर उरे सिर्फ कल्ला ये पूछे, जे लॉस भी पूछा होंदा, लॉस भी होंदा, क्योंकि लॉस भी तो हो सकता है। पीएल अकाउंट सानूं लॉस भी तो शो कर दिंदा है। जे प्रॉफिट नहीं शो करेगा तो लॉस शो करेगा, जे लॉस नहीं शो करेगा तो प्रॉफिट शो करेगा। तो उरे किहड़ा ऑप्शन आ जाएगा? सी, एक्सपेंसिस रिलेटेड टू। अगला क्वेश्चन है 13वां, एक्सपेंसिस रिलेटेड टू सेल ऑफ गुड्स आर शोन इन। ਜਿਹੜੇ ਖਰਚੇ ਜਿਹੜੇ ਆ ਜਦੋਂ ਮੈਂ ਸੇਲ ਕਰ ਰਿਹਾ ਗੁੱਡਸ, ਜਦੋਂ ਮੈਂ ਵੇਚ ਰਿਹਾ ਮਾਲ ਨੂੰ ਵੇਚ ਰਿਹਾ, ਉਦੋਂ ਜਿਹੜੇ ਖਰਚੇ ਹੋ ਰਹੇ ਨੇ ਉਹ ਮੈਂ ਕਿੱਥੇ ਸ਼ੋ ਕਰਦਾ? ਮੈਂ ਦੱਸੋ ਮੈਨੂੰ। ਪੀਐਲ ਅਕਾਊਂਟ 'ਚ ਸ਼ੋ ਕਰਦਾ, ਟ੍ਰੇਡਿੰਗ ਅਕਾਊਂਟ 'ਚ ਸ਼ੋ ਕਰਦਾ, ਟ੍ਰੇਡਿੰਗ ਐਂਡ ਪੀਐਲ ਅਕਾਊਂਟ 'ਚ ਸ਼ੋ ਕਰਦਾ, ਬੈਲੈਂਸ ਸ਼ੀਟ 'ਚ ਕਰਦਾ? ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ 'ਚੋਂ? ਦੱਸੋ। इसका आंसर आएगा की आएगा? इसका आंसर पीएल अकाउंट। पीएल अकाउंट कितने आते हैं? ਜਿਹੜੇ एक्सपेंसिस सेल करन दे। ठीक है, परचेसिस तक दे, ਜਦੋਂ तक वो सेलेबल नहीं बन जाते उदों तक तो मेरे सीधे खर्चे हैं, वो तो मेरे ट्रेडिंग अकाउंट 'ਚ आ जाएंगे। ਜਦੋਂ सेलेबल बन गए तो ਜਦੋਂ ये वैल्यू सेल होने लग पई, उदों ਜਿਹੜੇ खर्चे होए वो सारे मेरे पीएल अकाउंट 'ਚ आएंगे। उन्होंने की कहा जाएगा? इनडायरैक्ट एक्सपेंसिस। ये किहड़े एक्सपेंसिस हैं? इनडायरैक्ट एक्सपेंसिस हैं। ਜਦੋਂ मैं सेल कर रहे हैं, ठीक है, तो किस च आ जाएगा? पीएल अकाउंट 'ਚ आ जाएगा। ठीक है, अगला क्वेश्चन है, पीएल अकाउंट इज प्रिपेयर्ड। आप कदों प्रिपेयर करते हैं? एट अ पर्टिकुलर पॉइंट ऑफ टाइम, ऑन फिक्स डेट, फॉर अ सर्टेन पीरियड, ऑल ऑफ दिस। किहड़ा ऑप्शन ठीक होएगा इन्हां चों? दसो। ਇਹਦਾ ऑप्शन होएगा सर्टेन पीरियड। कोई पर्टिकुलर पॉइंट नहीं है कि पीरीयड है, 12 मंथ्स का पीरीयड पूरे चलता है। ठीक है ना, उस तो बाद ही आप प्रिपेयर करते हैं। एक अकाउंटिंग ईयर के एंड में ही आप प्रिपेयर करते हैं। फाइनैशियल अकाउंटिंग ईयर के एंड में 31/3 नूं आप प्रिपेयर करते हैं। ठीक है, हो सकता उस तो पहले प्रिपेयर करना बंदा स्टार्ट कर दिंदा, मगर जी फाइनल सिग्नेचरिंग होंदी है वो मार्च के एंड में ही होंदी है। कैरेज आउटवर्ड की एक तरह का की एग्जाम्पल है? दसो। पहले तो ये देखो, कैरेज आउटवर्ड कहते किनू है? ऑप्शन है डायरैक्ट एक्सपेंसिस है, इनडायरैक्ट एक्सपेंसिस है, इनडायरैक्ट इनकम है, डायरैक्ट इनकम है। किहड़ा ऑप्शन ठीक होएगा इस चों? दसो। ये आएगा इनडायरैक्ट एक्सपेंसिस। क्यों आया? देखो,
ਕੈਰੇਜ ਆਊਟਵਰਡ ਹੈ, ਯਾਨੀ ਕਿ ਸੇਲ ਜਦੋਂ ਮੈਂ ਸੇਲ ਕਰ ਰਿਹਾ ਉਹ ਜਦੋਂ ਮੈਂ ਉਹਦਾ ਟਰਾਂਸਪੋਰਟੇਸ਼ਨ ਚਾਰजेस ਦੇ ਰਿਹਾ ਉਹਨੂੰ ਕੀ ਕਹਿੰਦੇ ਨੇ, ਕੈਰੇਜ ਆਊਟਵਰਡ। ਠੀਕ ਹੈ, ਠੀਕ ਹੈ, ਤਾਂ ਕਰਕੇ ਇਹਨੂੰ ਕੀ ਕਿਹਾ ਜਾਏਗਾ, ਇਨਡਾਇਰੈਕਟ ਐਕਸਪੈਂਸਿਸ। ਠੀਕ ਹੈ, ਜਦੋਂ ਕੈਰੇਜ ਇਨਵਰਡ ਦਾ ਕੀ ਹੁੰਦਾ, ਇਨਵਰਡ ਕੀ ਹੁੰਦਾ, ਮਾਲ ਲਿਆਉਣ ਦਾ ਖਰਚਾ ਜਦੋਂ ਮੈਂ ਪਰਚੇਸ ਕੀਤਾ ਮਾਲ। ਠੀਕ ਹੈ, ਉਹ ਕਿੱਥੇ ਆਉਂਦਾ ਪਰਚੇਸ ਕਰਦਾ, ਟ੍ਰੇਡਿੰਗ ਅਕਾਊਂਟ ਵਿੱਚ। ਟ੍ਰੇਡਿੰਗ ਅਕਾਊਂਟ ਹੈ, ਟ੍ਰੇਡਿੰਗ ਅਕਾਊਂਟ 'ਚ ਉਰੇ ਆਉਂਦਾ, ਪਰਚੇਸਿਸ ਵਿੱਚ ਐਡ ਹੁੰਦਾ ਮੇਰਾ ਕੈਰੇਜ ਇਨਵਰਡ। ਇਹ ਕਿਹੜਾ ਹੁੰਦਾ, ਡਾਇਰੈਕਟ ਐਕਸਪੈਂਸਿਸ ਹੁੰਦਾ। ਡਾਇਰੈਕਟ ਐਕਸਪੈਂਸਿਸ ਹੁੰਦਾ ਜੇ ਕੈਰੇਜ ਇਨਵਰਡ ਹੁੰਦਾ। ਮਗਰ ਉਰੇ ਆਊਟਵਰਡ ਪੁੱਛਿਆ ਤਾਂ ਉਹ ਕੀ ਹੋਏਗਾ, ਇਨਡਾਇਰੈਕਟ ਐਕਸਪੈਂਸਿਸ ਹੈ। ਠੀਕ ਹੈ, ਸੋ ਬੀ ਆਪਸ਼ਨ ਹੋ ਜਾਏਗਾ। ਅਗਲਾ ਕੁਐਸਚਨ ਹੈ, ਵਿਚ ਆਰ ਦੀ ਇਨਡਾਇਰੈਕਟ ਐਕਸਪੈਂਸਿਸ ਆਫ ਦਾ ਫੋਲੋਇੰਗ, ਇਹਨਾਂ 'ਚੋਂ ਕਿਹੜੇ ਇਨਡਾਇਰੈਕਟ ਐਕਸਪੈਂਸਿਸ ਹੈ ਦੱਸੋ। ਸੈਲਰੀ ਐਕਸਪੈਂਸਿਸ, ਇੰਸ਼ੋਰੈਂਸ ਐਕਸਪੈਂਸਿਸ, ਰੈਂਟ ਐਕਸਪੈਂਸਿਸ, ਆਲ ਆਫ ਦਿਸ, ਕਿਹੜਾ ਆਪਸ਼ਨ ਠੀਕ ਹੈ ਇਹਨਾਂ 'ਚੋਂ। 5 ਸੈਕਿੰਡ ਤੁਹਾਡੇ ਕੋਲ। ਇਹਨਾਂ 'ਚ ਆਪਸ਼ਨ ਕਿਹੜਾ ਆ ਜਾਏਗਾ, ਡੀ। ਸਾਰੇ ਐਕਸਪੈਂਸਿਸ ਇੱਕ ਤਰ੍ਹਾਂ ਦੇ ਇਨਡਾਇਰੈਕਟ ਐਕਸਪੈਂਸਿਸ ਹੈ। ਠੀਕ ਹੈ ਨਾ, ਸੈਲਰੀ ਦਿੰਦੇ ਹਾਂ ਆਪਾਂ, ਆਫਿਸ 'ਚ ਜਾ ਕੇ ਦਿੰਦੇ ਹਾਂ, ਕੋਈ ਜਦੋਂ ਸੇਲੇਬਲ ਵੈਲਿਊ ਪ੍ਰੋਡਕਟਸ ਇੱਕ ਮਾਰਕੀਟ 'ਚ ਆ ਜਾਂਦੇ ਨੇ, ਇੱਕ ਸ਼ੋਪਕੀਪਰ ਆਪਣੀ ਦੁਕਾਨ 'ਤੇ ਲੈ ਆਉਂਦਾ ਹੈ ਵੇਚਣ ਵਾਸਤੇ, ਉਦੋਂ ਜਦੋਂ ਇੱਕ ਬੰਦਾ ਰੱਖਿਆ ਹੁੰਦਾ, ਕੋਈ ਵੀ ਅਕਾਊਂਟੈਂਟ ਜਾਂ ਕੋਈ ਸੇਲੇਬਲ ਵਾਲਾ ਬੰਦਾ ਜਿਹੜਾ ਸੇਲ ਕਰ ਰਿਹਾ ਹੁੰਦਾ, ਠੀਕ ਹੈ ਨਾ, ਉਦੋਂ ਹੀ ਕੋਈ ਸੈਲਰੀ ਦਿੰਦੇ ਹਾਂ। ਇੰਸ਼ੋਰੈਂਸ ਵੀ, ਕੋਈ ਬਿਜ਼ਨਸ ਦਾ ਇੰਸ਼ੋਰੈਂਸ ਕਰਾਇਆ ਪਿਆ, ਰੈਂਟ ਹੋ ਗਿਆ, ਅਤੇ ਕੀ ਹੈ, ਇਨਡਾਇਰੈਕਟ ਐਕਸਪੈਂਸਿਸ ਹੈ। ਠੀਕ ਹੈ ਨਾ, ਅੱਗੇ ਅਗਲਾ ਕੁਐਸਚਨ ਹੈ, ਡੀ ਆਪਸ਼ਨ ਆ ਜਾਏਗਾ ਨਾ ਉਰੇ ਉੱਪਰਲੇ 'ਚ ਆ ਜਾਏਗਾ ਡੀ ਆਪਸ਼ਨ। ਅਗਲਾ ਕੁਐਸਚਨ ਹੈ 17ਵਾਂ, ਇਨਕਮ ਅਰਨਡ ਫਰੋਮ ਦੀ ਅਦਰ ਦੈਨ ਰੂਟੀਨ ਐਕਟੀਵਿਟੀਜ਼। ਮੇਰੀ ਜਿਹੜੀ ਇਨਕਮ ਅਰਨਡ ਹੋ ਰਹੀ ਹੈ ਅਦਰ ਦੈਨ ਰੂਟੀਨ ਐਕਟੀਵਿਟੀਜ਼ ਤਾਂ ਉਹਨੂੰ ਕੀ ਕਵਾਂਗੇ, ਜਨਰਲ ਇਨਕਮ, ਡਾਇਰੈਕਟ ਇਨਕਮ, ਇਨਡਾਇਰੈਕਟ ਇਨਕਮ, ਨਨ ਆਫ ਦਿਸ। ਰੂਟੀਨ ਮਤਲਬ ਕਿ ਜੋ ਮੇਰੇ ਬਿਜ਼ਨਸ ਆਪਰੇਸ਼ਨ ਤੋਂ ਨਹੀਂ ਆ ਰਹੀ, ਸਿੱਧੇ ਬਿਜ਼ਨਸ ਆਪਰੇਸ਼ਨ ਤੋਂ ਨਹੀਂ ਆ ਰਹੀ, ਤਾਂ ਉਹ ਕਿਹੜੀ ਇਨਕਮ ਹੋਏਗੀ, ਜਨਰਲ ਇਨਕਮ ਹੋਏਗੀ, ਡਾਇਰੈਕਟ ਇਨਕਮ ਹੋਏਗੀ, ਇਨਡਾਇਰੈਕਟ ਇਨਕਮ ਹੋਏਗੀ, ਨਨ ਆਫ ਦਿਸ ਹੋਏਗੀ। ਦੱਸੋ, ਇਹ ਹੋਏਗੀ ਮੇਰੀ ਇਨਡਾਇਰੈਕਟ ਇਨਕਮ। ਠੀਕ ਹੈ, ਅਗਲਾ ਕੁਐਸਚਨ ਹੈ, ਡਿਸਕਾਊਂਟ ਰਿਸੀਵਡ ਇਜ਼ ਐਨ ਐਗਜ਼ਾਮਪਲ ਆਫ। ਡਿਸਕਾਊਂਟ ਜਿਹੜਾ ਰਿਸੀਵਡ ਹੋਇਆ ਉਹ ਕਿਹੜਾ ਐਗਜ਼ਾਮਪਲ ਇੱਕ ਤਰ੍ਹਾਂ ਦੇ ਨਾਲ। ਤੁਹਾਨੂੰ ਮੈਂ ਦੱਸਿਆ ਸੀ ਪਿਛਲੇ ਲੈਕਚਰ 'ਚ ਦੱਸਿਆ ਸੀ ਤੁਹਾਨੂੰ, ਮੈਂ ਦੱਸਿਆ ਹੋ ਰਿਹਾ ਮੈਨੂੰ ਕਿ ਡਿਸਕਾਊਂਟ ਜਿਹੜਾ ਰਿਸੀਵ ਹੋ ਰਿਹਾ ਯਾਨੀ ਕਿ ਬਿਜ਼ਨਸ ਨੂੰ ਰਿਸੀਵ ਹੋ ਰਿਹਾ, ਤਾਂ ਉਹ ਕੀ ਇੱਕ ਤਰ੍ਹਾਂ ਦਾ ਡਾਇਰੈਕਟ ਇਨਕਮ ਹੈ, ਇਨਡਾਇਰੈਕਟ ਇਨਕਮ ਹੈ, ਨੈਟ ਇਨਕਮ ਹੈ, ਜਨਰਲ ਇਨਕਮ ਹੈ। ਕਿਹੜਾ ਆਪਸ਼ਨ ਠੀਕ ਹੋਏਗਾ ਇਹ 'ਚੋਂ। ਇਹਦਾ ਆਂਸਰ ਆਏਗਾ ਇਨਡਾਇਰੈਕਟ ਇਨਕਮ ਹੈ। ਪੀਅਰ ਅਕਾਊਂਟ ਵਿੱਚ ਪੀਅਰ ਅਕਾਊਂਟ ਖੋਲ੍ਹਿਆ, ਉਰੇ ਸਾਰੀਆਂ ਇਨਡਾਇਰੈਕਟ ਇਨਕਮ ਪੈਣੀਆਂ, ਗਰੋਸ ਪ੍ਰੋਫਿਟ ਤਾਂ ਪਏਗਾ ਹੀ ਨਾਲ, ਜੇ ਕੋਈ ਕਮਿਸ਼ਨ ਰਿਸੀਵਡ ਹੋਈ ਹੈ, ਡਿਸਕਾਊਂਟ ਰਿਸੀਵਡ ਹੋਇਆ, ਠੀਕ ਹੈ, ਕੋਈ ਇੰਟਰਸਟ ਆਇਆ ਇਨਵੈਸਟਮੈਂਟ ਉੱਪਰ ਉਹ ਉਰੇ ਪੈ ਜਾਏਗਾ। ਠੀਕ ਹੈ, ਉਰੇ ਕੀ ਪੈਣਗੇ, ਖਰਚੇ ਪੈਣਗੇ। ਠੀਕ ਹੈ ਨਾ, ਤਾਂ ਇਹ ਕੀ ਇੱਕ ਤਰ੍ਹਾਂ ਨਾਲ ਇਨਡਾਇਰੈਕਟ ਇਨਕਮ ਹੈ। ਵਿਚ ਆਰ ਇਨਡਾਇਰੈਕਟ ਇਨਕਮਸ ਆਫ ਦਾ ਫੋਲੋਇੰਗ, ਇਹ 'ਚੋਂ ਕਿਹੜੇ ਕਿਹੜੇ ਇਨਡਾਇਰੈਕਟ ਇਨਕਮ ਹੈ, ਕਮਿਸ਼ਨ ਰਿਸੀਵਡ, ਇੰਟਰਸਟ ਔਨ ਇਨਵੈਸਟਮੈਂਟ, ਡਿਵੀਡੈਂਡ ਰਿਸੀਵਡ। ਦੱਸੋ, ਜਾਂ ਆਲ ਆਫ ਦਿਸ, ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ 'ਚੋਂ। ਇਨਡਾਇਰੈਕਟ ਇਨਕਮ ਦਾ ਕੀ ਮਤਲਬ ਹੋਇਆ ਕਿ ਜਿਹੜੇ ਮੈਨੇ ਸਿੱਧੇ ਉਹ ਬਿਜ਼ਨਸ ਆਪਰੇਸ਼ਨ ਕਰਨ ਨਾਲ ਨਹੀਂ ਮੈਨੂੰ ਕੋਈ ਪ੍ਰੋਫਿਟ ਆ ਰਿਹਾ ਜਾਂ ਕੋਈ ਇਨਕਮ ਹੋ ਰਹੀ, ਮੈਨੂੰ ਇੰਟਰੈਕਟਲੀ ਇਨਕਮ ਹੋ ਰਹੀ ਹੈ। ਤੁਹਾਨੂੰ ਬੈਂਕ ਤੋਂ ਜਿਹੜਾ ਇੰਟਰਸਟ ਮਿਲਦਾ ਉਹ ਤੁਹਾਡਾ ਇਨਡਾਇਰੈਕਟ ਇਨਕਮ ਹੈ, ਸਿੱਧਾ ਇਨਕਮ ਨਹੀਂ ਹੈ। ਤੁਹਾਡਾ ਸਿੱਧਾ ਤੁਹਾਨੂੰ ਕੋਈ ਐਕਸ਼ਨ ਨਹੀਂ ਕੀਤਾ ਜਿਹਦੇ ਨਾਲ ਤੁਹਾਨੂੰ ਪੇਮੈਂਟ ਆ ਗਈ, ਤੁਸੀਂ ਪੈਸਾ ਜਾ ਕੇ ਧਰਿਆ ਬੈਂਕ ਵਿੱਚ, ਉਹਦਾ ਇੰਟਰਸਟ ਤੁਹਾਨੂੰ ਮਿਲਿਆ, ਉਹ ਤੁਹਾਡਾ ਇਨਡਾਇਰੈਕਟ ਇਨਕਮ ਹੈ। ਠੀਕ ਹੈ, ਉਸੇ ਤਰ੍ਹਾਂ ਬਿਜ਼ਨਸ ਦੇ ਬਿਹਾਵ 'ਤੇ ਇਹ ਸਾਰੇ ਕੋਈ ਵੀ ਇਹਨਾਂ 'ਚ ਕੋਈ ਵੀ ਹੋ ਸਕਦਾ ਜਿਹੜਾ ਇਨਡਾਇਰੈਕਟ ਇਨਕਮ ਹੋ ਸਕਦਾ, ਜਾਂ ਸਾਰੇ ਹੋ ਸਕਦੇ ਨੇ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ। ਇਹ ਹੋਏਗਾ ਆਲ ਆਫ ਦਿਸ, ਇਹ ਸਾਰੇ ਤਰ੍ਹਾਂ ਦੇ ਇੱਕ ਤਰ੍ਹਾਂ ਦਾ ਇਨਡਾਇਰੈਕਟ ਇਨਕਮ ਹੀ ਹੈ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਔਨ ਕ੍ਰੈਡਿਟ ਸਾਈਡ ਆਫ ਪੀਅਰ ਅਕਾਊਂਟ ਵੀ ਰਿਕਾਰਡ। ਕ੍ਰੈਡਿਟ ਸਾਈਡ ਆਪਾਂ ਪੀਅਰ ਅਕਾਊਂਟ 'ਤੇ ਕੀ ਰਿਕਾਰਡ ਕਰਦੇ ਹਾਂ, ਡਾਇਰੈਕਟ ਐਕਸਪੈਂਸਿਸ, ਡਾਇਰੈਕਟ ਇਨਕਮ, ਇਨਡਾਇਰੈਕਟ ਐਕਸਪੈਂਸਿਸ, ਇਨਡਾਇਰੈਕਟ ਇਨਕਮ। ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ 'ਚੋਂ। ਦੱਸੋ, ਡਾਇਰੈਕਟ ਐਕਸਪੈਂਸਿਸ, ਡਾਇਰੈਕਟ ਇਨਕਮ, ਇਨਡਾਇਰੈਕਟ ਐਕਸਪੈਂਸਿਸ, ਇਨਡਾਇਰੈਕਟ ਇਨਕਮ। ਦੱਸੋ, ਇਹ ਆਏਗਾ ਇਨਡਾਇਰੈਕਟ ਇਨਕਮ। ਠੀਕ ਹੈ, ਪੀਅਰ ਅਕਾਊਂਟ ਦੇ ਤੁਹਾਨੂੰ ਮੈਂ ਬਾਰ-ਬਾਰ ਤਾਂ ਬਣਾ ਕੇ ਦਿਖਾ ਰਿਹਾ ਤੁਹਾਨੂੰ ਯਾਦ ਹੋ ਜਾਵੇ, ਉਰੇ ਜਿਹੜੀਆਂ ਕ੍ਰੈਡਿਟ ਸਾਈਡ 'ਤੇ ਹਮੇਸ਼ਾ ਇਨਡਾਇਰੈਕਟ ਇਨਕਮ ਆਉਂਦੀ ਹੈ। ਠੀਕ ਹੈ,
ਉਰੇ ਸਾਰੀਆਂ ਐਕਸਪੈਂਸਿਸ ਆਉਂਦੇ, ਇਨਡਾਇਰੈਕਟ ਐਕਸਪੈਂਸਿਸ ਆਉਂਦੇ ਨੇ। ਠੀਕ ਹੈ, ਇਹ ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਠੀਕ ਹੈ ਫਰੈਂड्स, ਤਾਂ ਉਰੇ ਕੀ ਆਏਗਾ, ਕ੍ਰੈਡਿਟ ਸਾਈਡ 'ਤੇ ਕੀ ਆਉਂਦਾ, ਇਨਡਾਇਰੈਕਟ ਇਨਕਮ। बैलेंस शीट इज अ स्टेटमेंट ऑफ, ये स्टेटमेंट है कादी स्टेटमेंट है, एसेट्स दी है, कैपिटल दी है, लाइबिलिटी दी है, ऑल ऑफ दिस दी है, दसो। ध्यान नाल ऑब्जर्व करियो तो मैनू इसका आंसर दस्यो, 5 सैकेंड तुहाडे कोल। इसका आंसर आएगा डी। ठीक है, इस एसेट भी होंगे हैं, दो तरह नाल आपां बनाने आ, उरे की पाने लाइबिलिटी, उरे पाने एसेट। ठीक है, तो कैपिटल तो विच ही होंगी है, जो तुसीं देखो ध्यान नाल, जे लाइबिलिटी तो उरे एसेट है, इस सारी लाइबिलिटी बनी च एसेट पाएंगे, उन्होंने पूछे कादी कादी स्टेटमेंट होंगी है। ठीक है ना, कैपिटल तो ये ही आ गई, तो कैपिटल भी हुई। ठीक है ना, तो डी ऑप्शन लग जाएगा। अगला क्वेश्चन है, प्रॉपर्टी थिंग्स एंड रिसीवेबल हैविंग सर्टेन वैल्यू ओन्ड बाय बिजनेस। प्रॉपर्टीज मतलब कोई बिजनेस की प्रॉपर्टीज होई। ठीक है, थिंग्स कोई ऐसी सोर्सिस हो जिन्हें तुहाडा बिजनेस गेन कर रहा है, तुहानूं कुछ रिसीव हो रहा है, रिसीवेबल होना है, यानी कोई बिल रिसीवेबल कुछ भी, हैविंग कोई वैल्यू है उसकी जो बिजनेस ओन कर रखी है, तो वो की है, उन्होंने की कहा जाएगा। जो कुछ प्रॉपर्टीज हैं, थिंग्स हैं, रिसीवेबल वैल्यू है, उसकी कोई वैल्यू है, तो वो की कहा जाएगा बिजनेस का, दसो। एसेट कहाए जाएंगे, लाइबिलिटी कहाई जाएगी, गुड्स कहाए जाएंगे, नन ऑफ दिस कहाया जाएगा, दसो। ये सोर्सिस हैं जिहदे नाल साडा बिजनेस चलदा है, तो की कहाया जाएगा उरे, किहड़ा ऑप्शन ठीक होएगा, ये हो जाएगा ए ऑप्शन। ठीक है फ्रेंड्स, एसेट है, एसेट की होंगे हैं दो तरह के, करंट एसेट कैश बैंक, ठीक है, BR। ठीक है, तो फिक्स एसेट किहड़े किहड़े हो गए, मशीनरी, लैंडेड बिल्डिंग, ठीक है, कोई फर्नीचर फिक्चर्स। ठीक है, तो एक तरह की एसेट है जिहदे नाल साडा बिजनेस चलता है, इंडैरेक्ट सानू प्रॉफिट प्रोवाइड करांदा है, गेन करता है। ठीक है, उरे किहड़ा ऑप्शन आ जाएगा, ए। एनी फिजिकल थिंग डैट हैज़ अ मनी वैल्यू, कि जिसकी मनी वैल्यू होवे वो की कहा जाएगा, इंटेंजिबल एसेट, फिक्टिशियस एसेट, गुडविल एसेट, दसो। जिहदी कोई फिजिकल थिंग है जिहदी मनी वैल्यू होवे, दसो किहड़ा ऑप्शन ठीक होएगा इन्हां चों, इन्हां चों हो जाएगा एसेट, एसेट दी। ठीक है, उरे कल्ला एसेट पूछे है, जे उरे इंटेंजिबल की मतलब जो सानू दिखाई नहीं दिंदा, मगर उरे की पूछ लिया फिजिकल थिंग, कोई सानू एक्चुअल च है, इंटेंजिबल मतलब जो सानू नहीं दिखाई दिंदी। ठीक है, इंटेंजिबल जो सानू नहीं दिखाई दिंदा, मगर क्वेश्चन जो फिजिकल थिंग पूछी है। ठीक है, तो इस बेस्ट ऑप्शन किहड़ा होएगा, दसो। ये होएगा एसेट, एसेट ही होएगा जो तुहानूं पहले क्वेश्चन कीते, एसेट ही होएगा। फिक्टिशियस एसेट मतलब डेफर्ड रेवन्यू एक्सपेंडिचर, जो हुण तो एक्सपेंस है मगर आने वाले टाइम च मेरा एसेट है, क्योंकि वो मैनू रेवन्यू देगा अगे। कोई प्रोडक्ट नूं लॉन्च करन दा एक्सपेंस किया, बहुत वड्डा एक्सपेंस किया, वो एक्सपेंस नहीं होएगा, फिक्टिशियस एसेट होएगा। हुण तो एक्सपेंस है मगर आने वाले टाइम च मैनू उसदी रेवन्यू मिलेगा, तो उरे किहड़ा ऑप्शन आ जाएगा, डी। पहला क्वेश्चन है अज दा लास्ट क्वेश्चन, एसेट विच हैव अ फिजिकल एग्जिस्टेंस, जिहदी फिजिकल एग्जिस्टेंस होवे वो की कहाई जाती है, मैं तुहानूं हुणे उपर दस के हटे हाँ। टेंजिबल एसेट, फिक्टिशियस एसेट, कॉन्टीजेंट एसेट्स, इंटेंजिबल एसेट्स, दसो। उरे कहाई जाएगी टेंजिबल एसेट्स। ठीक है ना, जो सानूं दिखाई देंदे हैं, जिहदी फिजिकल एग्जिस्टेंस होंदी है, तो उरे ए ऑप्शन लग जाएगा। ठीक है फ्रेंड्स, ਹੁਣ ਤੁਹਾਨੂੰ ਤੁਸੀਂ ਕੁਐਸਚਨ ਕੀ ਤੁਹਾਨੂੰ ਪਤਾ ਲੱਗਿਆ ਨਾ, ਆ ਦੇਖੋ ਹੁਣ ਬੈਲੈਂਸ ਸ਼ੀਟ ਸਟੇਟਮੈਂਟ ਕਾਹਦੀ ਹੈ, ਐਸੈਟਸ ਤੇ ਲਾਇਬਿਲਿਟੀ ਕੈਪੀਟਲ ਦੀ। ਜੇ ਤੁਹਾਨੂੰ ਮੈਂ ਉਹ ਪਰਫੋਰਮਾ ਨਾ ਬਣਾ ਕੇ ਦਿਖਾਵਾਂ, ਤੁਹਾਨੂੰ ਕਿਵੇਂ ਪਤਾ ਲੱਗੇਗਾ ਇਹ 'ਚੋਂ ਕੀ ਹੈ ਕੀ ਨਹੀਂ ਹੈ। ਠੀਕ ਹੈ ਨਾ, ਜਿਵੇਂ ਸਪੋਜ਼ ਕਰੋ ਕ੍ਰੈਡਿਟ ਸਾਈਡ 'ਤੇ ਕੀ ਪੈਂਦਾ ਹੈ, ਇੰਡਾਇਰੈਕਟ ਇਨਕਮਸ ਪੈਂਦੀ ਹੈ, ਇੰਡਾਇਰੈਕਟ ਇਨਕਮ ਪੈਂਦੀ ਹੈ। ਜੇ ਤੁਹਾਨੂੰ ਮੈਂ ਉਸ ਵੇਲੇ ਪਿਛਲੇ ਲੈਕਚਰ 'ਚ ਪਰਫੋਰਮਾ ਨਾ ਬਣਾ ਕੇ ਦਿਖਾਵਾਂ, ਤੁਹਾਨੂੰ ਟੌਪਿਕ ਨਾ ਸਮਝਾਵਾਂ, ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜੀ ਚੀਜ਼ ਕਿੱਥੇ ਪੈਂਦੀ ਹੈ। ਠੀਕ ਹੈ ਨਾ ਫਰੈਂड्स, ਤਾਂ ਆਪਾਂ ਨੇ ਟੌਪਿਕ ਵੀ ਨਾ ਕਰਨਾ, MCQs ਵੀ ਕਰਨੇ। ਸਿੱਧਾ MCQs ਕਰਨ ਦਾ ਕੋਈ ਫਾਇਦਾ ਨਹੀਂ, ਟੌਪਿਕ ਸਮਝ ਕੇ ਕਰੋਗੇ ਹਮੇਸ਼ਾ ਠੀਕ ਰਹੇਗਾ ਤੁਹਾਨੂੰ। ਠੀਕ ਹੈ ਨਾ, ਤਾਂ ਉਹ ਇਵੇਂ ਸਾਰੇ ਕੁਐਸਚਨ ਜਿਵੇਂ ਪੁੱਛਿਆ, ਡਿਸਕਾਊਂਟ ਰਿਸੀਵਡ ਕੀ ਹੈ, ਐਗਜ਼ਾਮਪਲ ਕੀ ਹੈ। ਠੀਕ ਹੈ ਨਾ,
ਹਰੇਕ ਚੀਜ਼ ਨੂੰ ਟੌਪਿਕ ਨੂੰ ਸਮਝ ਕੇ ਕਰੋਗੇ ਤਾਂ ਬਹੁਤ ਅੱਛਾ ਤੁਹਾਨੂੰ ਸਮਝ ਆਏਗਾ, ਤੁਹਾਡੇ ਕੁਐਸਚਨ ਵੀ ਅੱਛੇ ਅਟੈਂਪਟ ਹੋਣਗੇ। ਤਾਂ ਮੈਂ ਤੁਹਾਡਾ ਚਾਹੁੰਦਾ ਕਿ ਤੁਹਾਡੇ ਕੁਐਸਚਨ ਅੱਛੇ ਅਟੈਂਪਟ ਹੋਣ। ਠੀਕ ਹੈ ਨਾ, ਠੀਕ ਹੈ ਨਾ ਫਰੈਂਡਸ। ਤਾਂ ਇਵੇਂ ਆਪਾਂ ਹੁਣ ਰਿਵੀਜ਼ਨ ਕਰਦੇ ਰਹਾਂਗੇ। ਹੁਣ ਜਿਵੇਂ ਕੋਈ ਨੈਕਸਟ ਲੈਕਚਰ ਆਏਗਾ, ਉਸ ਵਿੱਚ ਕੋਈ ਟੌਪਿਕ ਹੋਏਗਾ, ਉਸ ਦੇ ਉੱਪਰ ਆਪਾਂ ਰਿਵੀਜ਼ਨ ਕਰਾਂਗੇ। ਅਤੇ ਮੈਂ ਜਿਹੜੇ ਪਿਛਲੇ ਆਪਾਂ ਕਰ ਆਏ ਹਾਂ ਟੌਪਿਕ, ਉਹਦੇ ਵੀ ਮੈਂ ਮਿਕਸ 'ਚ ਲੈਂਦਾ ਰਹਾਂਗਾ ਤਾਂ ਕਿ ਤੁਹਾਨੂੰ ਪਿਛਲਾ ਵੀ ਯਾਦ ਰਹੇ ਅਤੇ ਅੱਜ ਦਾ ਵੀ ਯਾਦ ਰਹੇ। ਠੀਕ ਹੈ ਨਾ, ਮੇਰੀ ਡਿਊਟੀ ਹੈ ਕਿ ਤੁਹਾਨੂੰ ਮੈਂ ਸਾਰੇ ਟੌਪਿਕਸ, ਤੁਸੀਂ ਮੇਰੇ ਨਾਲ ਰੋਜ਼ ਤੁਹਾਨੂੰ ਰਿਵੀਜ਼ਨ ਕਰਨੀ ਹੈ। ਜੇ ਤੁਹਾਨੂੰ ਕੋਈ ਚੀਜ਼ ਨਹੀਂ ਪ੍ਰੋਬਲਮ ਆ ਰਹੀ ਹੈ ਨਾ, ਜੇ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ, ਤੁਸੀਂ ਰੋਜ਼ ਮੇਰੇ ਨਾਲ ਕੁਐਸਚਨ ਅਟੈਂਪਟ ਕਰਦੇ ਰਹੋ। ਤੁਹਾਨੂੰ ਹੌਲੀ ਹੌਲੀ ਤੁਹਾਡੇ ਦਿਮਾਗ 'ਚ ਬਹਿ ਜਾਏਗੀ ਗੱਲ। ਠੀਕ ਹੈ ਨਾ, ਮੈਂ ਤੁਹਾਡੇ ਨਾਲ ਕੁਐਸਚਨ ਹਮੇਸ਼ਾ ਲੈਂਦਾ ਰਹਾਂਗਾ ਜਦ ਤੱਕ ਹਲੇ ਪੇਪਰ ਨਹੀਂ ਹੋ ਜਾਂਦਾ। ਠੀਕ ਹੈ ਨਾ, ਤਾਂ ਤੁਹਾਡੇ ਦਿਮਾਗ 'ਚ ਬਹਿ ਜਾਏਗੀ ਗੱਲ। ਰਿਵੀਜ਼ਨ ਕਰਦੇ ਰਹੋਗੇ, ਤੁਹਾਨੂੰ ਬੈਠੀ ਜਾਏਗੀ ਹੌਲੀ ਹੌਲੀ। ਜਿਵੇਂ ਕਈ ਨੌਨ ਕਮਰਸ ਸਟੂਡੈਂਟ ਹੁੰਦੇ ਆ ਨਾ, ਕਿ ਹਰੇਕ ਚੀਜ਼ ਤੁਹਾਨੂੰ ਨਹੀਂ ਸਮਝ ਆ ਰਹੀ, ਪਰ ਜੇ ਤੁਸੀਂ ਰੋਜ਼ ਨਾਲ ਸਾਡੇ ਨਾਲ ਤੁਸੀਂ ਟੌਪਿਕ ਪੜ੍ਹਦੇ ਰਹੋਗੇ, ਕੁਐਸਚਨ ਅਟੈਂਪਟ ਕਰਦੇ ਰਹੋਗੇ, ਤਾਂ ਤੁਹਾਨੂੰ ਤੁਹਾਡੇ ਦਿਮਾਗ 'ਚ ਬਹਿ ਜਾਏਗਾ। ਠੀਕ ਹੈ, ਕੰਟੀਨਿਊ ਰੱਖਣਾ ਆਪਾਂ ਨੇ। ਠੀਕ ਹੈ ਨਾ ਫਰੈਂਡਸ, ਜੇ ਤੁਹਾਨੂੰ ਮੇਰਾ ਅੱਜ ਦਾ ਲੈਕਚਰ ਅੱਛਾ ਲੱਗਿਆ ਹੋਵੇ, ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਕੋਈ ਪ੍ਰੋਬਲਮ ਆਵੇ ਤਾਂ ਕਮੈਂਟ ਕਰਿਓ, ਜਿਵੇਂ ਮੈਂ ਹਮੇਸ਼ਾ ਕਹਿੰਦਾ। ਠੀਕ ਹੈ ਨਾ ਫਰੈਂਡਸ, ਅਤੇ ਹੁਣ ਆਪਾਂ ਕੱਲ੍ਹ ਮਿਲਾਂਗੇ। ਠੀਕ ਹੈ ਫਰੈਂਡਸ, ਥੈਂਕ ਯੂ।